तू साहेब गुणी निधाना, तुमरी महिमा वर्ण न साकों, तू ठाकुर ऊच भगवना। निरंकारी निरंजनी जोत साहिब श्री गुरु नानक देव महाराज जी दे 8वें ज्योति स्वरूप बाला प्रीतम साहिब श्री गुरु हरकृष्ण साहिब महाराज जी दी मुकद्दस चरण छो प्राप्त गुर अस्थान श्री बंगला साहिब विखे दीन दुनिया दे वाली ज्ञान दे सागर सर्वशक्तिमान रूहानियत दे मुजस्मे समुची मानवता दे रहबर चवर छतर तख्त दे मालक जुगो जुग अटल परतख ते समरथ सतगुरु श्री गुरु ग्रंथ साहिब महाराज जी दी मुकद्दस हजूरी अंदर जुड़ बैठे समूह सतसंगी जनों, वाहिगुरु जी का खालसा वाहिगुरु जी की फतेह। मेरे दाते दे घर दे विच आत्मक आनंद दी दात देन वाली अमृतमयी बाणी जो समुची मानवता नूं अपने कलावे विच लैंदियां होयां प्यार दी और निवाजदी है। तिस अमृतमयी गुरबाणी दे लड़ीवार चल रहे कथा प्रवाह दे विचों आप जी ने जो अमृत बचनां दा पाठ सिंह साहिब ज्ञानी रणजीत सिंह जी मुख ग्रंथी गुरुद्वारा श्री बंगला साहिब जी की रसना तो श्रवण किया है। आओ उन अमृत बचनां की सांझ विचार करने की कोशिश करते हाँ। सतगुरु कृपा करे आप सारे एक बार धन धन श्री गुरु ग्रंथ साहिब महाराज जी की ओट आसरा लैंदिया होया बड़े प्यार नाल उच्चारण करिए जी। सतनाम वाहिगुरु साहिब जी। जिहड़े अमृत बोलां नूं असीं नवें पातशाह श्री गुरु तेग बहादुर साहिब महाराज जी दे उच्चारण किए हुए 57 श्लोक जिन्हां नूं असीं बड़े अदब दे नाल कई बार भोग दे श्लोक भी कहिंदे हाँ। तिन्हां अमृत बचनां दे विचों आप जी ने ये जो पावन पाठ श्रवण किए हैं सतगुरु सच्चे पातशाह जी ने बड़े प्यार दे नाल सानू समझाया है कि जो मनुख है वो वधेरे करके तरह तरह दीयां चिंतावां झोरियां दे विच फसिया रहिंदा है। चिंतत ही दिसै सब कोय। परंतु इस संसार इस समाज के अंदर दो तरह के लोग होंदे ने। एक वो होंदे ने जिहड़े चिंता करते ने, दूसरे वो होंदे ने जिहड़े चिंतन करते ने। परंतु चिंतन करन वालियां नालों वधेरे चिंता करन वालियां दी गिणती वधेरे हुंदी है। चिंतन जिहदे उपर मालक तुठदा है, कृपा करदा है, वो करदा है, बल्कि वो रब नूं याद करदा है। और चिंता हर एक मनुख करदा है। चिंता मनुख दे जीवन नूं सवारदी नहीं है। असी कई बार दानशमंदां दे पासों सुनते हैं कि चिंता चिखा बराबरी। जिहड़ी चिंता है चिखा वर्गी हुंदी है। चिखा की हुंदी है
ਜਦੋਂ ਕਿਸੇ ਮੁਰਦੇ ਦਾ ਅੰਤਮ ਸੰਸਕਾਰ ਕੀਤਾ ਜਾਵੇ ਤੇ ਜਿਹੜਾ ਅੰਗੀਠਾ ਚੁਣਿਆ ਜਾਂਦਾ ਹੈ ਉਹਨੂੰ ਅਸੀਂ ਕਹਿ ਦਿੰਦੇ ਚਿਖਾ। ਔਰ ਜੋ ਮੈਂ ਮਹਿਸੂਸ ਕਰਦਾ ਹਾਂ ਕਿ ਚਿਖਾ ਦੀ ਅੱਗ ਕੇਵਲ ਮੁਰਦੇ ਨੂੰ ਸਾੜਦੀ ਹੈ ਤੇ ਜਾਂ ਕਿਸੇ ਨੂੰ ਬਦੋ ਬਦੀ ਵਿੱਚ ਸੁੱਟਿਆ ਜਾਵੇ ਤਾਂ, ਪਰੰਤੂ ਜੋ ਚਿੰਤਾ ਦੀ ਅੱਗ ਹੈ ਇਹ ਮਨੁੱਖ ਦੇ ਜਿਉਂਦੇ ਜੀ ਤਨ ਤੇ ਮਨ ਦੋਹਾਂ ਦਾ ਧੂੰਆਂ ਕੱਢ ਕੇ ਰੱਖ ਦਿੰਦੀ ਹੈ। ਜਦੋਂ ਤੱਕ ਅਸੀਂ ਇਹਨਾਂ ਚਿੰਤਾਵਾਂ ਝੋਰਿਆਂ ਦੇ ਵਿੱਚ ਫਸੇ ਰਹਾਂਗੇ ਉਦੋਂ ਤੱਕ ਅਸੀਂ ਆਪਣੀ ਜ਼ਿੰਦਗੀ ਦਾ ਲੁਤਫ ਨਹੀਂ ਮਾਣ ਸਕਾਂਗੇ। ਇਹ ਚਿੰਤਾਵਾਂ ਝੋਰੇ ਪਣਪਦੇ ਕਦੋਂ ਨੇ? ਜਦੋਂ ਅਸੀਂ ਕੇਵਲ ਤੇ ਕੇਵਲ ਸੰਸਾਰਿਕ ਪਦਾਰਥਕ ਮੋਹ ਦੇ ਵਿੱਚ ਬੁਰੀ ਤਰ੍ਹਾਂ ਗਲਤਾਨ ਹੋ ਜਾਂਦੇ ਹਾਂ। ਬਾਰ-ਬਾਰ ਸਾਨੂੰ ਗੁਰਬਾਣੀ ਦੇ ਰਾਹੀਂ ਸੇਧ ਦਿੱਤੀ ਗਈ, ਇਹ ਬੰਦਿਆ ਜਿਹੜੀ ਚੀਜ਼ ਦਾ ਤੈਨੂੰ ਚੇਤਾ ਕਰਨਾ ਚਾਹੀਦਾ ਸੀ ਉਹ ਤੇ ਤੂੰ ਕੀਤਾ ਹੀ ਨਹੀਂ। ਜਿਸ ਮਾਲਕ ਨੇ ਤੇਰੀ ਝੋਲੀ ਦੇ ਅੰਦਰ ਸੁੱਖ ਆਨੰਦ ਪਾਉਣੇ ਸੀ ਉਸ ਵਾਹਿਗੁਰੂ ਨੂੰ ਤੇ ਤੂੰ ਕਦੀ ਚੇਤਿਆ ਹੀ ਨਹੀਂ। ਔਰ ਸੱਚਮੁੱਚ ਮਨੁੱਖ ਦੇ ਚੇਤੇ ਵਿੱਚ ਬਹੁਤ ਕੁਛ ਹੈ, ਬਹੁਤ ਕੁਛ ਹੈ। ਕਿੰਨੇ ਕਿਹੜੇ ਸਮੇਂ ਮੈਨੂੰ ਮਾੜਾ ਕਿਹਾ, ਕਿੰਨੇ ਕਿਹਦੀ ਚੁਗਲੀ ਕੀਤੀ, ਕਿਹਦੀ ਨਿੰਦਿਆ ਕੀਤੀ, ਕਿਹਦੀ ਬਖਤੋਈ ਕੀਤੀ, ਕਿੰਨੇ ਮਾੜਾ ਬੋਲਿਆ, ਜਾਂ ਫਲਾਣੇ ਦੇ ਪਰਿਵਾਰ ਵਿੱਚ ਕੀ ਹੋ ਰਿਹਾ ਹੈ, ਫਲਾਣੇ ਦੀ ਧੀ ਕੀ ਕਰ ਰਹੀ ਹੈ, ਫਲਾਣੇ ਦਾ ਪੁੱਤ ਕੀ ਕਰ ਰਿਹਾ ਹੈ। ਸਾਨੂੰ ਬੜਾ ਕੁਝ ਚੇਤੇ ਵਿੱਚ ਹੈ। ਇਹਦੇ ਨਾਲ ਸਾਨੂੰ ਆਨੰਦ ਨਹੀਂ ਮਿਲਿਆ ਬਲਕਿ ਅਸੀਂ ਆਪਣੀ ਜ਼ਿੰਦਗੀ ਦੇ ਸਕੂਨ ਨੂੰ ਗਵਾਇਆ ਹੈ। ਚੰਗੀ ਗੱਲ ਤਾਂ ਇਹ ਸੀ ਕਿ ਅਸੀਂ ਵਾਹਿਗੁਰੂ ਅਕਾਲ ਪੁਰਖ ਨੂੰ ਆਪਣੇ ਚੇਤੇ ਵਿੱਚ ਵਸਾਉਂਦੇ, ਉਸ ਨੂੰ ਅਸੀਂ ਚੇਤਦੇ। ਫਿਰ ਅਸੀਂ ਇੱਕ ਬਹਾਨਾ ਬਣਾ ਲਿਆ, ਅਜੇ ਬੜੀ ਉਮਰ ਪਈ ਹੈ, ਕੋਈ ਗੱਲ ਨਹੀਂ, ਰੱਬ ਦਾ ਨਾਮ ਵੀ ਜਪ ਲਾਂਗੇ। ਜੇ ਕਿਸੇ ਬਜ਼ੁਰਗ ਨੇ ਔਰ ਕਿਸੇ ਗਿਆਨੀ ਭਾਈ ਨੇ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ ਤੇ ਅਸੀਂ ਝੱਟ ਦੇਣੀ ਕਹਿ ਦਿੱਤਾ, ਹਾਂ ਤੁਹਾਡਾ ਤਾਂ ਰੁਜ਼ਗਾਰ ਹੈ, ਤੁਹਾਨੂੰ ਤਾਂ ਤਨਖਾਹ ਮਿਲਦੀ ਹੈ, ਤੁਸੀਂ ਤਾਂ ਪ੍ਰਚਾਰ ਕਰਦੇ ਹੋ। ਰਹੀ ਗੱਲ ਜਦੋਂ ਅਸੀਂ ਵੀ ਤੁਹਾਡੇ ਵਰਗੇ ਬੁੱਢੇ ਠੇਰੇ ਹੋ ਜਾਵਾਂਗੇ ਉਦੋਂ ਅਸੀਂ ਵੀ ਰੱਬ ਦਾ ਨਾਮ ਜਪ ਲਾਂਗੇ। ਸਾਡੇ ਕੋਲ ਬਹੁਤ ਸਾਰੀਆਂ ਟਕੌਂਚੀਆਂ ਹੁੰਦੀਆਂ ਨੇ। ਔਰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਬੜੀ ਕਿਰਪਾ ਕੀਤੀ ਔਰ ਅੱਜ ਵੀ ਕਰ ਰਹੇ ਨੇ, ਅੱਜ ਵੀ ਸਮਝਾ ਰਹੇ ਨੇ। ਚੇਤਨਾ ਹੈ ਤੋ ਚੇਤ ਲੈ ਨਿਸ ਦਿਨ ਵੇ ਪ੍ਰਾਨੀ, ਛਿਨ ਛਿਨ ਅਵਧ ਬਿਹਾਤ ਹੈ ਫੂਟੇ ਘਟ ਜਿਉ ਪਾਣੀ। ਇਹ ਬੰਦਿਆ ਅਜੇ ਵੀ ਤੇਰੇ ਕੋਲ ਮੌਕਾ ਹੈ, ਅਜੇ ਵੀ ਤੂੰ ਜੇ ਚੇਤਨਾ ਚਾਹੁੰਦਾ ਹੈ, ਚਿੰਤਨ ਕਰਨਾ ਚਾਹੁੰਦਾ ਹੈ ਤੇ ਤੇਰੇ ਕੋਲ ਮੌਕਾ ਬੜਾ ਸੋਹਣਾ ਹੈ। ਰਾਤ ਦਿਨ ਇੱਕ ਕਰਦੇ, ਹਰ ਵੇਲੇ ਵਾਹਿਗੁਰੂ ਨੂੰ ਚੇਤੇ ਵਿੱਚ ਰੱਖਿਆ ਕਰ। ਅਸੀਂ ਕਹਿੰਦੇ ਹਾਂ ਸਤਿਗੁਰੂ ਤੁਹਾਡੇ ਬੋਲ ਸੱਚੇ ਨੇ, ਤੁਹਾਡਾ ਧੰਨਵਾਦ ਹੈ, ਤੁਸੀਂ ਸਾਨੂੰ ਪ੍ਰੇਰਨਾ ਦਿੰਦੇ ਹੋ, ਬੜੇ ਸਰਲ ਤੇ ਸੁਖੈਣ ਸ਼ਬਦਾਂ ਰਾਹੀਂ ਸਮਝਾਉਂਦੇ ਹੋ। ਪਰ ਕਰੀਏ ਕੀ, ਪਰਿਵਾਰ ਦੇ ਝਮੇਲੇ ਬਹੁਤ ਜ਼ਿਆਦੇ ਨੇ, ਇੰਨਾ ਟਾਈਮ ਹੀ ਕਿੱਥੇ ਹੈ ਅਸੀਂ 2 ਘੜੀਆਂ ਬੈਠ ਕੇ ਰੱਬੀ ਇਬਾਦਤ ਕਰ ਲਈਏ। ਗੁਰਮੁਖੋ ਮੇਰੇ ਸਤਿਗੁਰਾਂ ਨੇ ਸਾਡੇ ਉੱਪਰ ਬੜਾ ਵੱਡਾ ਤਰਸ ਕੀਤਾ ਹੈ, ਸਮੁੱਚੀ ਲੁਕਾਈ ਦੇ ਉੱਤੇ। ਉਹਨਾਂ ਨੇ ਸਾਨੂੰ ਕਿਸੇ ਤਰ੍ਹਾਂ ਦੇ ਕਰਮ ਕਾਂਡ ਵਿੱਚ ਨਹੀਂ ਧਕੇਲਿਆ, ਨਹੀਂ ਕਿਹਾ ਤੁਸੀਂ ਪਹਾੜਾਂ ਦੀਆਂ ਗੁਫਾਵਾਂ 'ਚ ਜਾ ਕੇ ਬੈਠੋ, ਨਹੀਂ ਕਿਹਾ ਤੁਸੀਂ ਜਾ ਕੇ ਜੰਗਲਾਂ ਦੇ ਕੰਢੇ ਮਿੱਧੋ, ਨਹੀਂ ਕਿਤੇ ਕਿਹਾ ਤੁਸੀਂ ਪੁੱਠੇ ਲਟਕੇ ਜਾਂ ਅੱਗ ਦੀਆਂ ਧੂਣੀਆਂ ਤਪਾ ਕੇ ਬੈਠੋ, ਫਿਰ ਤੁਸੀਂ ਰੱਬ ਦਾ ਨਾਮ ਜਪ ਸਕਦੇ ਹੋ। ਜਿੰਨੀ ਕਿਰਪਾ ਗੁਰੂ ਨਾਨਕ ਸਾਹਿਬ ਜੀ ਨੇ ਕੀਤੀ ਹੈ, ਅਸੀਂ ਤਾਂ ਕਈ ਜਨਮ ਲੈ ਕੇ ਵੀ ਉਹਨਾਂ ਤੋਂ ਸਦਕੇ ਜਾਈਏ, ਵਾਰਨੇ ਜਾਈਏ, ਪਰੰਤੂ ਮੁਕੰਮਲ ਰੂਪ ਦੇ ਵਿੱਚ ਧੰਨਵਾਦ ਨਹੀਂ ਕਰ ਪਾਵਾਂਗੇ। ਉਹਨਾਂ ਦੇ ਸੁਨਹਿਰੀ ਸਿਧਾਂਤਾਂ ਦੇ ਵਿੱਚੋਂ ਸਾਨੂੰ ਇਹ 3 ਸਿਧਾਂਤ ਜਿਹੜੇ ਨੇ ਤਕਰੀਬਨ ਹਰ ਇੱਕ ਨੂੰ ਯਾਦ ਨੇ। ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ। ਗੁਰੂ ਨੇ ਕਦੋਂ ਕਿਹਾ ਸੀ ਹੱਥ ਤੇ ਹੱਥ ਧਰ ਕੇ ਬਹਿ ਜਾਓ? ਕਦੋਂ ਕਿਹਾ ਸੀ? ਗੁਰੂ ਤਾਂ ਸਗੋਂ ਇਹ ਕਹਿੰਦੇ ਸੀ, ਗੁਰ ਪੀਰ ਸਦਾਏ ਮੰਗਣ ਜਾਏ, ਤਾਂ ਕਿ ਮੋਲ ਨਾ ਲੱਗੀਏ ਪਾਏ, ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ। ਤੂੰ ਚੱਲਦਿਆਂ ਫਿਰਦਿਆਂ ਉੱਠਦਿਆਂ ਬਹਿੰਦਿਆਂ ਸੌਂਦਿਆਂ ਜਾਗਦਿਆਂ ਹਰ ਵੇਲੇ ਉਸ ਵਾਹਿਗੁਰੂ ਅਕਾਲ ਪੁਰਖ ਨੂੰ ਚੇਤੇ ਕਰਿਆ ਕਰ। ਤੇ ਮੈਂ ਇਹਨੂੰ ਬੜੇ ਛੋਟੇ ਜਿਹੇ ਸ਼ਬਦਾਂ ਰਾਹੀਂ ਅਰਜ਼ ਕਰਿਆ ਕਰਦਾ ਹਾਂ। ਜਦੋਂ ਅਸੀਂ ਸੁਖਮਨੀ ਸਾਹਿਬ ਜੀ ਦੀ ਬਾਣੀ ਪੜ੍ਹਦੇ ਹਾਂ
बड़े प्यार नाल बाणी पढ़िया करो, विचार के बाणी पढ़िया करो। जरूरी नहीं है कि असीं इन्नियां मिनटां च काम मुकाउणा है। ज़्यादातर साडी कोशिश हुंदी है नहीं जी होर भी कारज हैगे ने, होर भी काम ने, असीं जल्दी जल्दी करदे, प्यार नाल बाणी पढ़िया करिए। ये गल केवल तुहाडे वास्ते नहीं, मेरे वास्ते भी है। जदों असीं बड़े प्यार दे नाल बाणी पढ़ांगे, समझ के बाणी पढ़ांगे, तो सतगुरां दे ऐसे अमृत बोल जिहड़े ने वो साडे नज़र ही पैंदे ने, जिहड़े सानूं समझाउंदे ने, जे प्रसाद छत्ती अमृत खाए तिस ठाकर को रख मन माहे। ये सारी अष्टपदी नूं पढ़ के देख लईए असीं। ਉਹਦੇ ਵਿੱਚ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸੌਖੇ ਤੋਂ ਸੌਖੇ ਢੰਗ ਨਾਲ ਸਾਨੂੰ ਸਮਝਾਇਆ ਹੈ ਕਿ ਇਹ ਬੰਦਿਆ ਜੀ ਦੀ ਕਿਰਪਾ ਨਾਲ ਤੂੰ ਤਰ੍ਹਾਂ ਤਰ੍ਹਾਂ ਦੇ ਟੇਸਟੀ ਪਦਾਰਥ ਛਕਦਾ ਹੈ, ਕਦੇ ਉਸ ਮਾਲਕ ਦਾ ਵੀ ਧੰਨਵਾਦ ਕਰ ਲਿਆ ਕਰ, ਕਹਿ ਦਿਆ ਕਰ ਵਾਹਿਗੁਰੂ ਤੇਰਾ ਸ਼ੁਕਰ ਹੈ ਜੀ ਦੀ ਕਿਰਪਾ ਦੇ ਨਾਲ ਤੂੰ ਆਪਣੇ ਸਫ਼ਰ ਨੂੰ ਸੁਖੈਣ ਕੀਤਾ ਹੋਇਆ, ਗੱਡੀਆਂ ਮੋਟਰਾਂ ਦੀ ਤੇਰੇ ਕੋਲ ਪ੍ਰਾਪਤੀ ਹੈ, ਕਦੇ ਸਲਫ ਮਾਰ ਲੱਗਿਆ, ਰੱਬ ਦਾ ਨਾਮ ਜਪ ਲਿਆ ਕਰ। ਉਹ ਭਲਿਆ ਜਿਹਦੀ ਕਿਰਪਾ ਦੇ ਨਾਲ ਤੂੰ ਸੋਹਣੇ ਘਰ ਮਕਾਨ ਦੇ ਵਿੱਚ ਰਹਿ ਰਿਹਾ ਹੈ, ਸੋਹਣੀ ਸੇਜਾਂ ਨੂੰ ਮਾਣ ਰਿਹਾ ਹੈ, ਸੁੱਖ ਦੀ ਜ਼ਿੰਦਗੀ ਜੀਉ ਰਿਹਾ ਹੈ, ਜਿਹਦੀ ਕਿਰਪਾ ਦੇ ਨਾਲ ਤੇਰਾ ਇਹ ਸਰੀਰ ਕੁੰਦਣ ਵਰਗਾ ਹੈ, ਬਲਕਿ ਰੋਗਾਂ ਤੋਂ ਮੁਕਤ ਹੈ, ਕਦੀ ਉਹਦਾ ਆਪਣੀ ਜ਼ੁਬਾਨ ਤੋਂ ਧੰਨਵਾਦ ਵੀ ਕਰ ਦਿਆ ਕਰ। ਜਦੋਂ ਅਸੀਂ ਉਹਦੀਆਂ ਬਖਸ਼ਿਸ਼ਾਂ ਨੂੰ ਚੇਤੇ ਵਿੱਚ ਰੱਖਦਿਆਂ ਹੋਇਆਂ ਧੰਨਵਾਦ ਕਰਦੇ ਜਾਂਦੇ ਹਾਂ, ਬਸ ਇਹੀ ਉਹਦੀ ਯਾਦ ਵਿੱਚ ਜੁੜਨਾ ਹੈ, ਇਹੀ ਉਹਦੀ ਯਾਦ ਵਿੱਚ ਜੁੜਨਾ ਹੈ। ਅਸੀਂ ਆਪਣੇ ਘਰ ਨੂੰ ਆਏ ਹਾਂ, ਵਾਹਿਗੁਰੂ ਤੇਰਾ ਧੰਨਵਾਦ ਹੈ। ਬਹੁਤ ਸਾਰਾ ਟ੍ਰੈਫਿਕ ਸੀ, ਅੱਜ ਕੱਲ੍ਹ ਤੇ ਆਪ ਹੀ ਹੈ, ਜੇ ਬਚਿਆ ਜਾਵੇ ਤੇ ਬਚ ਸਕਦਾ ਹੈ। ਤੁਸੀਂ ਕਿਰਪਾ ਕਰਕੇ ਮੈਨੂੰ ਸੁੱਖ ਸ਼ਾਂਤ ਨਾਲ ਆਪਣੇ ਘਰ ਪਹੁੰਚਾ ਦਿੱਤਾ ਹੈ, ਤੁਹਾਡਾ ਸ਼ੁਕਰ ਹੈ। ਰੱਬ ਜੀ ਦਾ ਧੰਨਵਾਦ ਕਰਨਾ, ਸ਼ੁਕਰਾਨਾ ਕਰਨਾ ਹੀ ਉਸ ਦੀ ਯਾਦ ਵਿੱਚ ਜੁੜਨਾ ਹੈ। ਔਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਨੇ ਇਹਦੇ ਵਿੱਚ ਦੇਰੀ ਨਾ ਲਾ, ਕਿਉਂਕਿ ਜਿਹੜਾ ਕੋਰਾ ਭਾਂਡਾ ਹੁੰਦਾ ਹੈ ਪਾਣੀ ਤਾਂ ਉਹਦੇ ਵਿੱਚੋਂ ਵੀ ਸਿਮਦਾ ਹੈ। ਕਈ ਵਾਰ ਕਿਤੇ ਆਪਾਂ ਕੋਰੇ ਭਾਂਡਿਆਂ 'ਚ ਜਲ ਰੱਖਿਆ ਹੋਵੇ ਨਾ, ਤੇ ਉਹਦੇ ਵਿੱਚੋਂ ਵੀ ਪਾਣੀ ਥੋੜ੍ਹਾ ਥੋੜ੍ਹਾ ਸਿਮਦਾ ਹੈ। ਪਰ ਜੇ ਕਿਤੇ ਉਹ ਭਾਂਡਾ ਥੋੜ੍ਹਾ ਜਿਹਾ ਫੁੱਟ ਜਾਵੇ, ਉਹਨੂੰ ਤੇੜ ਆ ਜਾਵੇ, ਤੇ ਪਾਣੀ ਫਿਰ ਬੜੀ ਜਲਦੀ ਦੇ ਨਾਲ ਘੜੇ ਦੇ ਵਿੱਚੋਂ ਸੁੱਕ ਜਾਂਦਾ ਹੈ। ਇਸੇ ਤਰ੍ਹਾਂ ਤੇਰੇ ਇਸ ਸਰੀਰ ਦੇ ਅੰਦਰ, ਬਲਕਿ ਮਨੁੱਖੀ ਜੀਵਨ ਦੇ ਅੰਦਰ ਬਹੁਤ ਸਾਰੇ ਛੇਕ ਨੇ, ਤੂੰ ਬੜਿਆਂ ਥਾਵਾਂ ਤੋਂ ਟੁੱਟਾ ਫੁੱਟਾ ਹੈ। ਔਰ ਯਾਦ ਰੱਖੀ ਛਿਨ ਛਿਨ ਔਦ ਬਿਹਾਤ ਹੈ, ਫੂਟੇ ਘਟ ਜਿਉਂ ਪਾਣੀ। ਜਿਵੇਂ ਫੁੱਟੇ ਹੋਏ ਤਿੜਕੇ ਹੋਏ ਘੜੇ ਦੇ ਵਿੱਚੋਂ ਪਾਣੀ ਜਿਹੜਾ ਹੈ ਉਹ ਇੱਕ ਦਿਨ ਖਤਮ ਹੋ ਜਾਂਦਾ ਹੈ, ਤੇਰੇ ਅੰਦਰੋਂ ਵੀ ਇਹ ਸਵਾਸ ਜਿਹੜੇ ਨੇ ਇੱਕ ਦਿਨ ਮੁੱਕ ਜਾਣੇ ਨੇ। ਰਹਾਉ ਹਰ ਗੁਣ ਕਾਹੇ ਨਾ ਗਾਵਈ, ਮੂਰਖ ਅਗਿਆਨਾ। ਇਹ ਮੂਰਖ, ਇਹ ਆਤਮਿਕ ਸੂਝ ਬੂਝ ਵਾਲੇ ਪਾਸੇ ਤੋਂ ਸਖਣੇ, ਇਹ ਅਗਿਆਨੀ ਪੁਰਖ, ਇਹ ਬੇਸਮਝ। ਤੂੰ ਉਸ ਵਾਹਿਗੁਰੂ ਅਕਾਲ ਪੁਰਖ ਜੀ ਦੇ ਗੁਣਾਂ ਨੂੰ ਕਿਉਂ ਗੈਣ ਨਹੀਂ ਕਰਦਾ? ਝੂਠੇ ਲਾਲਚ ਲੱਗ ਕੇ ਨਹੀਂ ਮਰਨ ਪਛਾਨਾ। ਤੂੰ ਝੂਠੇ ਦੁਨਿਆਵੀ ਲਾਲਚਾਂ ਪਦਾਰਥਾਂ ਵਿੱਚ ਲੱਗਿਆ ਹੋਇਆ, ਮਾਲਕ ਵਾਹਿਗੁਰੂ ਨੂੰ ਵੀ ਵਿਸਾਰਿਆ ਹੋਇਆ, ਤੂੰ ਉਸ ਨੂੰ ਵੀ ਕਦੀ ਯਾਦ ਨਹੀਂ ਕਰਦਾ। ਅਜੇ ਵੀ ਤੇਰੇ ਕੋਲ ਬਹੁਤ ਸੋਹਣਾ ਮੌਕਾ ਹੈ, ਅਜੇ ਵੀ ਡੁੱਲੇ ਬੇਰਾਂ ਦਾ ਕੁਝ ਵਿਗੜਿਆ ਨਹੀਂ ਹੈ, ਅਜੇ ਵੀ ਤੇਰੇ ਕੋਲ ਬੜਾ ਸੋਹਣਾ ਮੌਕਾ ਹੈ। ਜਿਵੇਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਨਾ, ਫਰੀਦਾ ਕਾਲੀ ਜਿਨੀ ਨਾ ਰਾਵਿਆ, ਧੌਲੀ ਰਾਵੇ ਕੋਏ, ਕਰ ਸਾਈ ਸਿਓ ਪਿਰਹੜੀ ਰੰਗ ਨਵੇਲਾ ਹੋਏ। ਕਿ ਜਿਨ੍ਹਾਂ ਨੇ ਜਵਾਨੀ ਵੇਲੇ, ਜਦੋਂ ਉਹ ਠੀਕ ਚੱਲ ਫਿਰ ਸਕਦੇ ਸੀ, ਆਪਣੀ ਮਿਹਨਤ ਮਸ਼ੱਕਤ ਦੇ ਨਾਲ ਰੱਬ ਜੀ ਦੇ ਨਾਮ ਨੂੰ ਜਪ ਸਕਦੇ ਸੀ, ਜਿਨ੍ਹਾਂ ਨੇ ਉਦੋਂ ਰੱਬ ਦਾ ਨਾਮ ਨਹੀਂ ਜਪਿਆ, ਬੁਢਾਪੇ ਵਿੱਚ ਤਾਂ ਕੋਈ ਹੈ ਜਿਹੜਾ ਪ੍ਰਭੂ ਪਿਆਰੇ ਦੇ ਚਰਨਾਂ ਦੀ ਪ੍ਰੀਤ ਦਾ ਮਾਲਕ ਬਣਦਾ ਹੈ। ਪਰੰਤੂ ਗੁਰੂ ਅਮਰਦਾਸ ਮਹਾਰਾਜ ਜੀ ਨੇ ਬੜਾ ਤਰਸ ਕਰਕੇ ਉਸ ਸ਼ਬਦ ਦਾ ਐਕਸਪਲੇਨ ਕੀਤਾ ਹੈ, ਜੋ ਬਾਬਾ ਫਰੀਦ ਸਾਹਿਬ ਤੁਹਾਨੂੰ ਮੈਨੂੰ ਸਮਝਾਉਣਾ ਚਾਹੁੰਦੇ ਨੇ। ਕਹਿੰਦੇ ਫਰੀਦਾ ਕਾਲੀ ਧੌਲੀ ਸਾਹਿਬ ਸਦਾ ਹੈ,
ਵਾਹਿਗੁਰੂ ਅਕਾਲ ਪੁਰਖ ਇਹ ਨਹੀਂ ਕਿ ਉਹ ਇੱਕ ਸਮੇਂ ਹੁੰਦਾ ਜਾਂ ਇੱਕ ਸਮੇਂ ਨਹੀਂ ਹੁੰਦਾ। ਜੇ ਕੋ ਚਿੱਤ ਕਰੇ, ਜੇ ਹਾਲੇ ਵੀ ਕੋਈ ਆਪਣੇ ਚਿੱਤ ਦੇ ਵਿੱਚ ਉਸ ਨੂੰ ਚੇਤ ਲਵੇ, ਟਿਕਾ ਲਵੇ, ਤਾਂ ਮਾਲਕ ਆਪ ਤੁਠਦਾ ਹੈ। ਆਪਣਾ ਲਾਇਆ ਪਿਰਮ ਨਾ ਲੱਗਈ, ਜੇ ਲੋਚੇ ਸਭ ਕੋਏ, ਇਹ ਪਿਰਮ ਪਿਆਲਾ ਖਸਮ ਕਾ, ਜਿਸ ਭਾਵੈ ਤਿਸ ਦੇ। ਅਸੀਂ ਕੇਵਲ ਉਸ ਨੂੰ ਚੇਤਨਾ ਹੈ, ਅਸੀਂ ਕੇਵਲ ਉਸ ਨੂੰ ਸਿਮਰਨਾ ਹੈ। ਅਸੀਂ ਉਹਦੇ ਕੀਤੇ ਹੋਏ ਗੁਣਾਂ ਨੂੰ, ਕੀਤੇ ਹੋਏ ਉਪਕਾਰਾਂ ਨੂੰ ਹਰ ਵੇਲੇ ਯਾਦ ਰੱਖਣਾ ਹੈ। ਮੇਰੇ ਮਾਲਕ ਨੇ ਮੇਰੇ 'ਤੇ ਬਹੁਤ ਉਪਕਾਰ ਕੀਤੇ ਨੇ, ਅਸੀਂ ਕੇਵਲ ਉਸ ਦਾ ਧੰਨਵਾਦ ਕਰਨਾ ਹੈ। ਉਹ ਆਪ ਹੀ ਟੁੱਟ ਕੇ ਆਪਣੇ ਪ੍ਰੇਮ ਦਾ ਪਿਆਲਾ ਜਿਹੜਾ ਉਹ ਸਾਨੂੰ ਛਕਾ ਦਿੰਦਾ, ਜਿਹਦੇ ਨਾਲ ਸਾਨੂੰ ਆਤਮਿਕ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਹਾਲੇ ਵੀ ਤੇਰੇ ਕੋਲ ਮੌਕਾ ਹੈ, ਤੂੰ ਆਪਣੇ ਆਪ ਨੂੰ ਸਵਾਰ ਸਕਦਾ ਹੈ। ਜੋ ਸਮਾਂ ਪਹਿਲਾਂ ਲੰਘ ਗਿਆ ਲੰਘ ਗਿਆ। ਸਿਆਣੇ ਲੋਕ ਤੇ ਕਹਿੰਦੇ ਨੇ, ਜਦੋਂ ਕਮਾਦ ਦੇ ਵਿੱਚੋਂ ਸਾਰੇ ਗੰਨੇ ਪੀੜੇ ਗਏ ਹੋਣ ਨਾ, ਤੇ ਜੇ ਤੇਰੇ ਕੋਲੋਂ ਇੱਕ ਗੰਨਾ ਵੀ ਬਚਾਇਆ ਗਿਆ ਹੈ ਤੇ ਤਾਂ ਵੀ ਤੂੰ ਵੱਡਿਆ ਭਾਗਾ ਵਾਲਾ ਹੈ, ਕਿਉਂਕਿ ਇਹ ਗੰਨੇ ਦੀਆਂ ਜਿਹੜੀਆਂ ਪੋਰੀਆਂ ਨੇ ਉਹਨਾਂ ਨੂੰ ਤੂੰ ਦੁਬਾਰਾ ਬੀਜ ਕੇ ਫਿਰ ਹੋਰ ਗੰਨੇ ਪ੍ਰਾਪਤ ਕਰ ਸਕਦਾ ਹੈ। ਅਜੇ ਵੀ ਤੇਰੇ ਕੋਲ ਮੌਕਾ ਹੈ। ਅਜਹੁ ਕਛ ਬਿਗੜਿਓ ਨਾਹਿਨ, ਅਜੇ ਕੁਝ ਨਹੀਂ ਵਿਗੜਿਆ। ਹਾਲੇ ਵੀ ਤੂੰ ਪਰਮੇਸ਼ਰ ਦੇ ਨਾਮ ਨੂੰ ਜਪ ਲਾ। ਅਜਹੁ ਕਛ ਬਿਗੜਿਓ ਨਹੀਂ, ਜੋ ਹਰ ਗੁਣ ਗਾਵੇ, ਜਿਹੜਾ ਵਾਹਿਗੁਰੂ ਅਕਾਲ ਪੁਰਖ ਦੇ ਗੁਣਾਂ ਨੂੰ ਗਾਇਨ ਕਰਦਾ ਹੈ। ਅਜਹੁ ਕਛ ਬਿਗੜਿਓ ਨਾਹੀਂ, ਭਜ ਲੈ ਰਾਮ ਮੁਰਾ। ਬਹੁਤਾਤ ਵਿੱਚ ਅਜਿਹੇ ਸ਼ਬਦ ਸਾਡੇ ਨਜ਼ਰ ਵਿੱਚ ਪੈਂਦੇ ਨੇ, ਗੁਰੂ ਕਿਰਪਾ ਕਰਕੇ ਸਾਨੂੰ ਸਮਝਾਉਂਦੇ ਨੇ। ਜਿਵੇਂ ਜਿਵੇਂ ਅਸੀਂ ਉਸ ਰੱਬ ਜੀ ਨੂੰ ਚੇਤੇ ਵਿੱਚ ਲਿਆਉਣੇ, ਆਪਣੀ ਚੇਤਾ ਸ਼ਕਤੀ ਵਿੱਚ ਵਸਾਉਣੇ ਆ, ਸੁਭਾਵਿਕ ਹੈ ਸਾਡੀ ਜ਼ਿੰਦਗੀ ਦੇ ਵਿੱਚ ਇੱਕ ਖੇੜਾ ਜਿਹਾ ਆਉਣਾ ਸ਼ੁਰੂ ਹੋ ਜਾਂਦਾ ਹੈ। ਸਾਨੂੰ ਫਿਰ ਓਵਰ ਐਕਟਿੰਗ ਨਹੀਂ ਕਰਨੀ ਪੈਂਦੀ ਕਿ ਹਾਂ ਹਾਂ ਜੀ ਮੈਂ ਬੜਾ ਰੱਬ ਦੇ ਰੰਗ ਵਿੱਚ ਰੰਗਿਆ ਹੋਇਆ। ਉਹ ਆਪ ਹੀ ਟੁੱਟ ਪੈਂਦੇ। ਭਗਤ ਕਬੀਰ ਸਾਹਿਬ ਜੀ ਦੇ ਅਸੀਂ ਅੰਮ੍ਰਿਤ ਬੋਲ ਪੜ੍ਹਦੇ ਔਰ ਸਰਵਣ ਕਰਦੇ ਹਾਂ। ਕਬੀਰ ਸੂਤਾ ਕਿਆ ਕਰੇ ਹੈ, ਜਾਗ ਰੋਏ ਪੈ ਦੁੱਖ। ਅਜੇ ਵੀ ਤੇਰੇ ਕੋਲ ਮੌਕਾ ਹੈ, ਸੁਚੇਤ ਹੋ। ਤੂੰ ਇਹ ਗਲਫਤ ਦੀ ਨੀਂਦ ਵਿੱਚੋਂ ਉੱਠ ਪੈ, ਸੁਚੇਤ ਹੋ ਜਾ ਔਰ ਮਾਲਕ ਵਾਹਿਗੁਰੂ ਜੀ ਦੇ ਨਾਮ ਨੂੰ ਜਪਿਆ ਕਰ। ਜਾਕਾ ਬਾਸਾ ਗੌਰ ਮੈਂ, ਸੋ ਕਿਉਂ ਸੋਵੇ ਸੋ। ਜਿਹਦਾ ਵਸੇਬਾ ਗੌਰ ਮੜੀ ਦੇ ਵਿੱਚ ਹੋਵੇ, ਉਹ ਕਿਵੇਂ ਸੁੱਖ ਨਾਲ ਸੌਂ ਸਕਦਾ ਹੈ। ਅਜੇ ਵੀ ਤੇਰੇ ਕੋਲ ਮੌਕਾ ਹੈ, ਸੁਚੇਤ ਹੋ ਜਾ। ਕਬੀਰ ਸੋਤਾ ਕਿਆ ਕਰੇ, ਤੂੰ ਮਾਇਆ ਦੇ ਮਦਹੋਸ਼ ਦੇ, ਮਾਇਆ ਦੇ ਨਸ਼ੇ ਵਿੱਚ ਮਦਹੋਸ਼ ਹੋਇਆ ਸੁੱਤਾ ਪਿਆ ਹੈ। ਉੱਠ ਕੇ ਨਾ ਜਪਹਿ ਮੁਰਾਰ, ਇੱਕ ਦਿਨ ਸੋਵਣ ਹੋਏ ਗੋ ਲਾਂਬੇ ਗੋਟ ਪਸਾਰ। ਕਬੀਰ ਸੋਤਾ ਕਿਆ ਕਰੇ, ਤੂੰ ਸੁੱਤਾ ਹੋਇਆ ਕੀ ਕਰ ਰਿਹਾ ਹੈ? ਤੂੰ ਉੱਠ ਕੇ ਰੱਬ ਜੀ ਦੇ ਨਾਮ ਨੂੰ ਜਪਦਾ ਕਿਉਂ ਨਹੀਂ? ਸੋ ਐਸੇ ਪ੍ਰੇਰਨਾਦਾਇਕ, ਸਾਡੇ ਭਲਾ ਕਰਨ ਵਾਲੇ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਬਾਣੀ ਅੰਦਰ ਬਹੁਤਾਤ ਦੇ ਵਿੱਚ ਨੇ। ਔਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਿਰਪਾ ਕਰਦੇ ਨੇ, ਸ਼ਲੋਕ ਨੰਬਰ 31 ਦੇ ਰਾਹੀਂ, ਪ੍ਰਾਨੀ ਰਾਮ ਨਾ ਚੇਤਈ, ਮਦ ਮਾਇਆ ਕੈ ਅੰਧ। ਮਨੁੱਖ ਨੇ ਜੋ ਰਮਿਆ ਹੋਇਆ ਵਾਹਿਗੁਰੂ ਅਕਾਲ ਪੁਰਖ ਹੈ, ਉਸ ਨੂੰ ਕਦੀ ਚੇਤਿਆ ਹੀ ਨਹੀਂ, ਆਪਣੀ ਚੇਤਾ ਸ਼ਕਤੀ ਦੇ ਵਿੱਚ ਵਸਾਇਆ ਹੀ ਨਹੀਂ। ਕਿਉਂਕਿ ਮਾਇਆ ਦਾ ਨਸ਼ਾ ਹੀ ਐਸਾ ਹੁੰਦਾ ਹੈ। ਇਹ ਮਾਇਆ ਜਿਤ ਹਰ ਵਿਸਰੈ, ਮੋਹ ਉਪਜੇ ਪਉ ਦੂਜਾ ਲਾਇਆ। ਜਦੋਂ ਸਾਡੇ ਕੋਲ ਦੁਨਿਆਵੀ ਧਨ ਦੌਲਤ ਹੋਵੇ, ਘਰ ਮਕਾਨ ਹੋਵੇ, ਦੂਰ ਨੇੜੇ ਜਾਣ ਵਾਸਤੇ ਸਾਡੇ ਕੋਲ ਗੱਡੀ ਮੋਟਰ ਹੋਵੇ, ਤਰ੍ਹਾਂ ਤਰ੍ਹਾਂ ਦਾ ਸਾਨੂੰ ਖਾਣਾ ਹੰਡਾਉਣਾ ਮਿਲ ਜਾਵੇ, ਸੁਭਾਵਿਕ ਹੈ ਉਦੋਂ ਰੱਬ ਫਿਰ ਕਿੱਥੇ ਚੇਤੇ ਰਹਿੰਦਾ ਹੈ। ਜੇ ਕਿਤੇ ਉਹਨੂੰ ਥੋੜ੍ਹੀ ਜਿਹੀ ਰਾਜ ਸਤਾ ਵੀ ਮਿਲ ਜਾਵੇ,
तो इन्ना अंधा हो जाता है, आत्मक सूझबूझ वाले पासे तो आत्मक तौर पर अंधा हो जाता है। ये सब कुछ माया है। जो भी साडे ध्यान नूं अपने नाल जोड़ के रब दा चेता भुला देवे वो माया है। रब्बी जात सानू बड़ी जल्दी नाल विसरदी है। असीं कई बार कहने हैं तपों राज ते राजों नरक। असीं मंगदे भी हैं कि सतगुरु साडे कारोबारां च वाधा होवे, सानू दूजिਆਂ नालों वध दे, सानू राज सता दा सुख मिले। तो मैं कहना मंगना कोई माड़ी गल नहीं, मंग लेना चाहिए है, पर चेता रखना चाहिए है कि ये सब कुछ सानू मिल भी जाए तो ये नाल सानू आत्मक आनंद की प्राप्ति नहीं होनी। सगों होवेगा कि जे साडे कोल ताकत होवेगी, पैसे की होवेगी, राज सता की होवेगी, तो असी कई बार सियासी नशे दे विच इन्ने अन्ने हो जाने आ, इन्ने अन्ने हो जाने आ कि असी प्रजा के उपर भी जुल्म ढाउणा शुरू कर देने, जिन्हों असी कहने तपों राज ते राजों नरक। और वाहिगुरू कृपा करे, मैं अपने वास्ते अरदास करता हुन्ना, मैं तो कहना हुन्ना सच्चे पातशाह तू मैनू बहुत दिता है, तेरा धन्यवाद है। मैं इन्नी लियाकत नहीं सी रखता, मैं इन्नी काबलियत नहीं सी रखता जिन्ना तू मैनू दिता है, और जिन्ना तू संगतां विच वस के मैनू अदब देना है, सत्कार देना है, तेरी मेहरबानी है। मैनू पता है तू मैनू पहला बड़ा दिता है, अज भी दे रहा है तो गांह भी देना है, पर मैनू ओना क देवी मेरा दिमाग टकाने रह जाए, किते मेरी मत ना मारी जाए, तेरे चरणों की प्रीति किते टुट ना जाए। क्योंकि जदों बंदे नूं कुछ मिलना शुरू हो जाए सुभाविक है असी रब नूं वसार दिंदे आ। मेरे सतगुरां ने अज कृपा करके तुहानूं और मैनू समझाया है, प्राणी राम न चेतई मद माया के अंध, कहो नानक हर भजन बिन परत ताहे जम फंद। जे असी प्रभु प्यारे दी भजन बंदगी ना करिए, उसनूं अपने चेते विच ना वसाइए, ते याद रखियो साडे गल दे विच जमां दी फाई पई जांदी है, पई जांदी है। इनूं थोड़ा जिहा विचारीए, जम की हुंदे ने? भावें अर्थकर्तावां ने जम दा अर्थ मौत भी कीता होया है, मौत दे फरिश्ते भी कीते हुए ने। ये भी धार्मिक ग्रंथ पोथियां विच पढ़न वास्ते मिलता है कि मरण तो बाद जमदूत जिहड़े ने वो मनुख नूं अगे ला के लै जांदे ने, लेखा जोखा हुंदा है। चित्रगुप्त जब लेखा मांगे, जदों चित्र ते गुप्त लेखा मंगते हैं, उदों तू की देवेंगा लेखे विच? क्या मुख लैके जाएगा धर्मराज दे हजूर? अजिहे शब्द असी पढ़ते हैं। गुरमुख एक गल नूं असी थोड़ा जिहा होर ऐड करिए, अगले जम ते आपां बाद विच देखांगे ना वो साडे नाल की सलूक करदे आ, परंतु जिउंदे जी भी देखिए असी किते जमां दी मार तां नहीं खा रहे, किते जमां दी मार सह तां नहीं रहे सी। ये जम की ने? जदों असी बिना वजह बहु प्रकारी चिंतावां नूं अपने गल दा हार बना लैंदे हैं, बल्कि जदों असी मनोरोगियों का इलाज करने वाले डॉक्टरों के नाल गल करांगे, वो भी कहते हैं 99% परेशानियां साडियां अपनियां सहेड़ियां हुंदियां। असी बिना वजह ही तरह तरह दीयां चिंतावां दे विच ग्रसे होए हैं, जदों कि मेरा सतगुरु कह रहा है, ना कर चिंत चिंता है करते, हर देवे जल थल जनता सब ते। और चिंता की हुंदी है? आने वाले समय की। आने वाले समय च मैनूं की होवेगा, मेरे परिवार का की बनेगा, मेरा गुजारा किवें होवेगा। इस तो इलावा एक चिंता नहीं है सानूं ते खाण हटाउण की भी चिंता लगी हुई है, किहड़े दिन असीं की खाना है। बहुत सारे घरां च शेड्यूल बनिया होया है, किहड़ा कपड़ा असीं कदों पहनना है, दिहाड़ी विच किन्नी वार कपड़े बदलने हैं। फजूल दीयां टेंशनां जिहड़ियां असीं उस सिर दे उपर चुक्की फिरदे हैं, और जिहड़ी साडे कोलों भुल हुई है, गलती हुई है, असीं परेशान हो रहे हैं। हर गलती सानूं ध्यान नाल चलना सिखाउंदी है
ਕਿਤੇ ਵੀ ਠੇਡਾ ਠੋਕਰ ਲੱਗਦਾ ਹੈ। ਪਛਤਾਉਣ ਦੀ ਲੋੜ ਨਹੀਂ, ਸਮਝਣ ਦੀ ਲੋੜ ਹੁੰਦੀ ਹੈ ਕਿ ਹਾਂ ਜੇ ਮੈਂ ਪਿੱਛੇ ਭੁੱਲ ਕੀਤੀ ਹੈ, ਅੱਗੇ ਹੀ ਮੈਂ ਸਮਝ ਕੇ ਚੱਲਾਂ। ਅੱਗੇ ਸਮਝ ਚਲੋ ਆਨੰਦ ਲਾਲਾ, ਪਾਛੇ ਜੋ ਬੀਤੀ ਸੋ ਬੀਤੀ। ਅਸੀਂ ਬੀਤ ਚੁੱਕੇ ਸਮੇਂ ਦਾ ਪਛਤਾਵਾ ਤੇ ਆਉਣ ਵਾਲੇ ਸਮੇਂ ਦੀਆਂ ਚਿੰਤਾਵਾਂ ਦੇ ਵਿੱਚ ਘਿਰੇ ਰਹਿੰਦੇ ਹਾਂ। ਔਰ ਬਿਨਾਂ ਵਜ੍ਹਾ ਅਸੀਂ ਕਿਸੇ ਦੇ ਪ੍ਰਤੀ ਈਰਖਾ ਰੱਖਦੇ ਹਾਂ, ਸਾੜਾ ਰੱਖਦੇ ਹਾਂ, ਕਿਸੇ ਦੀ ਬਦਨਾਮੀ ਕਰਦੇ ਹਾਂ, ਬਖਤੋਈ ਕਰਦੇ ਹਾਂ, ਮਾੜਾ ਸੋਚਦੇ ਹਾਂ, ਬਲਕਿ ਬੁਰੀ ਨਜ਼ਰ ਨਾਲ ਤੱਕਦੇ ਹਾਂ। ਇਹ ਸਭ ਕੁਝ ਸਾਡੇ ਕਰਨ ਦੇ ਨਾਲ ਕੁਝ ਨਹੀਂ ਹੋਣਾ, ਸਗੋਂ ਅਸੀਂ ਆਪ ਦੁਖੀ ਹੋ ਰਹੇ ਹਾਂ। ਝੂਠ ਬੋਲ ਕੇ ਪਛਤਾਵਾ ਹੋ ਰਿਹਾ ਹੈ, ਕਿਤੇ ਸੱਚ ਦਾ ਪਰਦਾ ਫਾਸ ਨਾ ਹੋ ਜਾਏ, ਸੱਚ ਸਾਹਮਣੇ ਨਾ ਆ ਜਾਵੇ, ਕਿਤੇ ਝੂਠ ਮੇਰਾ ਸਾਰਿਆਂ ਦੇ ਸਾਹਮਣੇ ਨਾ ਆ ਜਾਵੇ, ਸੱਚ ਉਜਾਗਰ ਹੋ ਜਾਏ। ਇਹ ਜਿਹੜੇ ਜਮ ਨੇ ਰੋਜ਼ਾਨਾ ਹੀ, ਜਿਹੜੇ ਹਰ ਵੇਲੇ ਸਾਨੂੰ ਟੌਰਚਰ ਕਰਦੇ ਰਹਿੰਦੇ ਨੇ, ਆਪਾਂ ਕਦੀ ਮਹਿਸੂਸ ਨਹੀਂ ਕਰਦੇ। ਅਸੀਂ ਹਰ ਵੇਲੇ ਇਹਨਾਂ ਜਮਾਂ ਦੀ ਮਾਰ ਸਹਿ ਰਹੇ ਹਾਂ। ਜਿਹੜਾ ਅੱਜ ਅਸੀਂ ਅੰਦਰੋਂ ਖਿੰਡੇ ਹੋਏ ਹਾਂ ਨਾ, ਅੰਦਰੋਂ ਅਸੀਂ ਖਿੰਡੇ ਹੋਏ ਹਾਂ, ਉਹਦਾ ਕਾਰਨ ਹੀ ਇਹੀ ਹੈ, ਅਸੀਂ ਜਿਉਂਦੇ ਜੀ ਜਮਾਂ ਦੀ ਮਾਰ ਖਾ ਰਹੇ ਹਾਂ। ਅਜੇ ਮਰਨ ਤੋਂ ਬਾਅਦ ਤਾਂ ਕੀ ਹੋਣਾ ਉਹ ਵੱਖਰੀ ਗੱਲ ਹੈ, ਪਰ ਅਸੀਂ ਜਿਉਂਦੇ ਜੀ ਆਪਣੇ ਆਪ ਨੂੰ ਸਵਾਰੀਏ। ਮੇਰੇ ਦਾਤਾ ਜੀ ਕਹਿੰਦੇ ਨੇ, ਕਹੋ ਨਾਨਕ ਹਰ ਭਜਨ ਬਿਨ ਪਰਤ ਤਾਹੇ ਜਮ ਫੰਦ। ਇਹਨਾਂ ਜਮਾਂ ਦੀਆਂ ਫਾਹੀਆਂ ਜਿਹੜੀਆਂ ਸਾਡੇ ਗਲ ਦੇ ਅੰਦਰ ਪਈ ਜਾਂਦੀਆਂ ਨੇ, ਪਰ ਸਾਨੂੰ ਰੱਬ ਦਾ ਨਾਮ ਚੇਤੇ ਆਉਂਦਾ ਹੀ ਨਹੀਂ। ਭਗਤ ਰਵਿਦਾਸ ਜੀ ਦੀ ਜਦੋਂ ਅਸੀਂ ਅੰਮ੍ਰਿਤ ਬਚਨ ਪੜ੍ਹਦੇ ਹਾਂ, ਉੱਚੇ ਮੰਦਰ ਸਾਲ ਰਸੋਈ, ਅਸੀਂ ਬੜੇ ਉੱਚੇ ਘਰ ਮਕਾਨ ਬਣਾਏ, ਮਾੜੀ ਗੱਲ ਨਹੀਂ। ਹਰ ਬੰਦੇ ਕੋਲ ਕੁੱਲੀ ਗੁੱਲੀ ਤੇ ਜੁੱਲੀ ਹੋਣੀ ਚਾਹੀਦੀ ਹੈ। ਔਰ ਉੱਚੇ ਘਰ ਮਕਾਨ, ਵਧੀਆ ਮੁੱਲ ਵਾਲੇ ਘਰ ਮਕਾਨ, ਵਧੀਆ ਰਸੋਈ ਘਰ ਬਣੇ ਹੋਏ ਨੇ, ਤੂੰ ਬੜਾ ਖੁਸ਼ ਹੁੰਦਾ ਹੈ, ਤੂੰ ਦੂਸਰਿਆਂ ਨੂੰ ਆਪਣਾ ਘਰ ਵਿਖਾਉਣਾ ਹੈ, ਤੇਰੇ ਮਨ 'ਚ ਖੁਸ਼ੀ ਹੈ, ਘਰ ਮੇਰਾ ਹੈ। ਪਰ ਚੇਤੇ ਰੱਖੀ, ਉੱਚੇ ਮੰਦਰ ਸਾਲ ਰਸੋਈ, ਏਕ ਘਰੀ ਫੁਣ ਰਹਿਣ ਨਾ ਹੋਈ। ਜਦੋਂ ਤੇਰੇ ਸਰੀਰ ਦੇ ਅੰਦਰੋਂ ਇਹ ਆਤਮਾ ਨਿਕਲ ਗਈ, ਜਿੰਦ ਨਿਕਲ ਗਈ, ਤੇ ਤੇਰੇ ਪਰਿਵਾਰ ਦੇ ਮੈਂਬਰਾਂ ਨੇ ਵੀ ਕਹਿਣਾ ਹੈ ਕਿ ਜਲਦੀ ਜਲਦੀ ਇਹਦਾ ਸੰਸਕਾਰ ਕਰ ਦੇਣਾ ਚਾਹੀਦਾ ਹੈ। ਇਹ ਤੇਰਾ ਤਨ ਜਿਹਦੀ ਸੁੱਖ ਸਹੂਲਤ ਵਾਸਤੇ ਤੂੰ ਇੰਨਾ ਕੁਝ ਇਕੱਤਰ ਕੀਤਾ ਸੀ, ਲੋੜ ਤੋਂ ਵੱਧ ਕੇ, ਇਹ ਤਨ ਐਸਾ ਜੈਸੇ ਘਾਸ ਕੀ ਟਾਟੀ, ਜਲ ਗਿਓ ਘਾਸ ਰਲ ਗਿਓ ਮਾਟੀ, ਰਹਾਓ ਭਾਈ ਬੰਦ ਕੁਟੰਬ ਸਹੇਰਾ, ਓਏ ਪੀ ਲਾਗੇ ਕਾਢ ਸਵੇਰਾ। ਉਹ ਵੀ ਕਹਿੰਦੇ ਜੀ ਸਮੇਂ ਸਿਰ ਜਿਹੜਾ ਉਹ ਸੰਸਕਾਰ ਕਰ ਦੇਣਾ ਚਾਹੀਦਾ ਹੈ। ਅਣਮਤੀਆਂ ਦੀ ਵਿਚਾਰ ਹੈ ਕਿ ਸੂਰਜ ਅਸਤਨ ਤੋਂ ਬਾਅਦ ਸੰਸਕਾਰ ਨਹੀਂ ਕਰਨਾ ਚਾਹੀਦਾ, ਕਿਉਂਕਿ ਸਾਡੇ ਸਮਾਜ ਦੇ ਅੰਦਰ ਬਹੁਤ ਸਾਰੇ ਇਹੋ ਜਿਹੇ ਵਹਿਮ ਭਰਮ ਪੈਦਾ ਹੋ ਚੁੱਕੇ ਨੇ, ਸਗੋਂ ਇਹਨਾਂ ਵਿੱਚ ਵਾਧਾ ਹੀ ਹੁੰਦਾ ਜਾ ਰਿਹਾ ਹੈ। ਭਾਈ ਬੰਦ ਕੁਟੰਬ ਸਹੇਰਾ, ਓਏ ਪੀ ਲਾਗੇ ਕਾਢ ਸਵੇਰਾ। ਉਹ ਵੀ ਕਹਿੰਦੇ ਜਲਦੀ ਜਲਦੀ ਕਰੋ, ਜਲਦੀ ਜਲਦੀ ਕਰੋ। ਘਰ ਕੀ ਨਾਰ ਉਰੇ ਤਨ ਲਾਗੀ, ਉਹ ਤੋਂ ਭੂਤ ਭੂਤ ਕਰ ਭਾਗੀ। ਤੇ ਭੂਤ ਦਾ ਅਰਥ ਹੈ ਮਰ ਚੁੱਕਾ ਹੈ, ਮਰ ਚੁੱਕਾ ਹੈ। ਫਿਰ ਉਹ ਵੀ ਵਿਚਾਰੀ ਕਹਿੰਦੀ ਮੇਰਾ ਸੁਹਾਗ ਲੁੱਟਿਆ ਗਿਆ, ਉਹ ਵੀ ਪਿੱਛੇ ਹਟ ਕੇ ਬਹਿ ਜਾਂਦੀ ਹੈ। ਔਰ ਕੁਝ ਸੁਆਣੀਆਂ ਵਿੱਚੋਂ ਕਹਿਣ ਲੱਗ ਪੈਂਦੀਆਂ, ਨਹੀਂ ਨਹੀਂ, ਇਹ ਮ੍ਰਿਤਕ ਰੂਹਾਂ ਕਿਸੇ ਦੀਆਂ ਮਿੱਤ ਨਹੀਂ ਹੁੰਦੀਆਂ, ਇਹਨਾਂ ਦੇ ਨੇੜੇ ਨਹੀਂ ਜਾਣਾ ਚਾਹੀਦਾ, ਬੱਚਿਆਂ ਨੂੰ ਵੀ ਦੂਰ ਕਰ ਲਓ। ਕਹੋ ਰਵਿਦਾਸ ਸਭੇ ਜਗ ਲੁੱਟਿਆ, ਹਮ ਤੋਂ ਏਕ ਰਾਮ ਕਹਿ ਛੁੱਟਿਆ। ਇਹ ਤੇਰਾ ਸਰੀਰ ਜਿਹੜਾ ਹੈ ਇੱਕ ਦਿਨ ਖਤਮ ਹੋਣਾ ਹੈ, ਤੇਰੇ ਸਵਾਸ ਖਤਮ ਹੁੰਦੇ ਜਾ ਰਹੇ ਨੇ। ਦਿਨ ਤੇ ਪਹਿਰ, ਪਹਿਰ ਤੇ ਘੜੀਆਂ, ਆਵ ਘਟੇ ਤਨ ਸਿੱਝੇ। ਦਿਨ ਤੋਂ ਪੈਰਾਂ ਤੇ ਆ ਜਾਈਏ, ਪੈਰਾਂ ਤੋਂ ਘੜੀਆਂ ਤੇ ਆ ਜਾਈਏ, ਘੜੀਆਂ ਤੋਂ ਪਲਾਂ ਤੇ ਆ ਜਾਈਏ। ਗੱਲ ਕਿ ਸਾਡੀ ਉਮਰ ਘਟਦੀ ਜਾ ਰਹੀ ਹੈ, ਘਟਦੀ ਜਾ ਰਹੀ ਹੈ। ਠੀਕ ਹੈ, ਅਸੀਂ ਆਪਣੇ ਬਰਥਡੇ ਮਨਾਉਣੇ ਹੈ, ਤੇ ਮੈਂ ਤੇ ਬੇਨਤੀ ਕਰਦਾ ਹੁੰਦਾ, ਇਹ ਤੁਹਾਡੀ ਜੀਭਾ ਦਾ ਰਸ ਹੈ, ਤੁਸੀਂ ਖੁਸ਼ੀ ਉਜਾਗਰ ਕਰਦੇ ਹੋ, ਕੇਕ ਕੱਟਦੇ ਹੋ, ਮੋਮਬੱਤੀਆਂ ਬੁਝਾਉਂਦੇ ਹੋ। ਭਾਵੇਂ ਇਹ ਸਾਡੀਆਂ ਸਿੱਖਾਂ ਦੀਆਂ ਰਵਾਇਤਾਂ ਨਹੀਂ ਸੀ ਮੋਮਬੱਤੀਆਂ ਬੁਝਾਉਣੀਆਂ, ਫਿਰ ਵੀ ਤੁਸੀਂ ਇਹ ਸਭ ਕੁਛ ਕਰਦੇ ਹੋ। ਪਰ ਗੱਲ ਤੇ ਸਮਝਣ ਵਾਲੀ ਸੀ, ਅਸੀਂ ਗੁਰੂ ਕੋਲ ਜਾਈਏ, ਸਤਿਗੁਰੂ ਜੀ ਤੁਸੀਂ ਜਿੰਨੀ ਮੈਨੂੰ ਸਵਾਸਾਂ ਦੀ ਪੂੰਜੀ ਦਿੱਤੀ ਸੀ ਨਾ, ਉਹਦੇ ਵਿੱਚੋਂ ਮੇਰੀ ਜ਼ਿੰਦਗੀ ਦੇ ਇੰਨੇ ਸਾਲ ਘਟ ਗਏ, ਤੇ ਇੰਨਿਆਂ ਸਾਲਾਂ ਦੇ ਵਿੱਚ ਮੈਂ ਕੋਈ ਚੰਗਾ ਕੰਮ ਨਹੀਂ ਕਰ ਸਕਿਆ, ਤੇ ਜੇ ਕੋਈ ਮੇਰੇ ਕੋਲੋਂ ਹੋਇਆ ਵੀ ਉਹਨੂੰ ਲੇਖੇ ਵਿੱਚ ਲਾ ਲਿਓ
ਤੇ ਜਿਹੜੇ ਰਹਿੰਦੇ ਸਵਾਸ ਨੇ ਕਿਰਪਾ ਕਰਿਓ ਉਹ ਤੁਹਾਡੀ ਭੈ ਭਾਵਨੀ ਵਿੱਚ ਬਤੀਤ ਹੋ ਜਾਣ। ਸਾਨੂੰ ਧੰਨ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰ ਜਾਣਾ ਚਾਹੀਦਾ ਹੈ। ਕੜਾ ਪ੍ਰਸ਼ਾਦੀ ਦੇ ਕਰਾ ਕੇ ਅਰਦਾਸ ਕਰੀਏ, ਸੱਚੇ ਪਾਤਸ਼ਾਹ ਇੰਨਾ ਕੁ ਸਮਾਂ ਸਾਡਾ ਸੁਖ ਆਨੰਦ ਨਾਲ ਬਤੀਤ ਹੋਇਆ, ਅੱਗੇ ਵੀ ਕਿਰਪਾ ਕਰਿਓ, ਤੁਹਾਡੇ ਚਰਨਾਂ ਨਾਲ ਜੁੜੇ ਰਹੀਏ। ਦਿਨ ਤੇ ਪਹਿਰ ਪਹਿਰ ਤੇ ਘੜੀਆਂ ਆਵ ਕਟੇ ਤਨ ਛੀਜੇ, ਕਾਲ ਅਹੇਰੀ ਫਿਰੇ ਬਦਕ ਜਿਉ ਕਹੋ ਕਵਣ ਬਿਦ ਕੀਜੇ। ਸੋ ਦਿਨ ਆਵਣ ਲੱਗਾ ਮਾਤ ਪਿਤਾ ਭਾਈ, ਸੁਤ ਬਣਤਾ ਕਹੋ ਕੋ ਹੈ ਕਾਕਾ। ਜਦੋਂ ਇਹ ਸਮਾਂ ਆਉਣ ਲੱਗਦਾ ਹੈ ਉਦੋਂ ਫਿਰ ਕੋਈ ਵੀ ਨੇੜੇ ਨਹੀਂ ਟੁਕਦਾ। ਮਾਂ ਹੋਵੇ, ਬਾਪ ਹੋਵੇ, ਪੁੱਤਰ ਹੋਵੇ, ਇਸਤਰੀ ਹੋਵੇ, ਕੋਈ ਵੀ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਿਰਪਾ ਕਰਦੇ ਨਾ, ਸੰਗ ਸਖਾ ਸਭ ਤਜ ਗਏ ਕੋ ਨਾ ਨਿਭਿਓ ਸਾਥ, ਕਹੋ ਨਾਨਕ ਇਸ ਬਿਪਤ ਮੈਂ ਟੇਕ ਏਕ ਰਘੁਨਾਥ। ਵਾਹਿਗੁਰੂ ਅਕਾਲ ਪੁਰਖ ਹੀ ਹੈ ਜੋ ਸਾਡਾ ਲੋਕ ਤੋਂ ਲੈ ਕੇ ਪਰਲੋਕ ਤੱਕ ਸਹਾਇਕ ਬਣਦਾ ਹੈ, ਜੋ ਸਾਨੂੰ ਆਤਮਿਕ ਸਕੂਨ ਆਤਮਿਕ ਆਨੰਦ ਦੇ ਨਾਲ ਨਵਾਜਦਾ ਹੈ। ਅਜੇ ਵੀ ਤੇਰੇ ਕੋਲ ਮੌਕਾ ਹੈ। ਇਹ ਜਮਾਂ ਦੀਆਂ ਫਾਹੀਆਂ ਜਿਨ੍ਹਾਂ ਨੂੰ ਤੂੰ ਆਪਣੇ ਗਲ ਵਿੱਚ ਪਾ ਰਿਹਾ, ਭਾਵੇਂ ਕਰਮ ਕਾਂਡਾਂ ਦੇ ਰੂਪ ਵਿੱਚ ਹੋਣ, ਫਾਸਣ ਕੀ ਬਿਦ ਸਭ ਕੋ ਜਾਣੇ, ਛੂਟਣ ਕੀ ਇੱਕ ਕੋਈ, ਤੂੰ ਫਸਦਾ ਜਾ ਰਿਹਾ ਹੈ। ਗੁਰੂ ਦੀ ਕਿਰਪਾ ਦਾ ਪਾਤਰ ਬਣ, ਗੁਰੂ ਦੇ ਦੱਸੇ ਮੁਤਾਬਕ ਰੱਬ ਜੀ ਦੇ ਨਾਮ ਨੂੰ ਜਪ। ਔਰ ਜਿਨ੍ਹਾਂ ਦੇ ਕਰਕੇ ਤੂੰ ਫੁੱਲਿਆ ਸਮਾਉਂਦਾ ਨਹੀਂ, ਫਲਾਣਾ ਵੀ ਮੇਰਾ ਹੈ, ਢੀਂਗੜਾ ਵੀ ਮੇਰਾ ਹੈ। ਤਕਰੀਬਨ ਸਾਡਾ ਸੁਭਾਅ ਇਸ ਤਰ੍ਹਾਂ ਦਾ ਬਣ ਚੁੱਕਿਆ ਹੈ ਜੀ, ਮੇਰਾ ਬਹੁਤ ਵੱਡਾ ਪਰਿਵਾਰ ਹੈ ਜੀ, ਮੇਰੇ ਬਹੁਤ ਸਾਰੇ ਰਿਸ਼ਤੇਦਾਰ ਨੇ ਜੀ, ਚੰਗੇ ਮੇਰੇ ਸੱਜਣ ਮਿੱਤਰ ਨੇ। ਇਹਦੇ ਬਾਰੇ ਵੀ ਮੇਰੇ ਸਤਿਗੁਰਾਂ ਨੇ ਸਾਨੂੰ ਸਮਝਾਇਆ, ਇਹਦੇ ਬਾਰੇ ਵੀ ਸਾਨੂੰ ਸਮਝਾਇਆ ਹੈ ਕਿ ਪ੍ਰੀਤਮ ਜਾਣਦੇ ਹੋ ਮਨ ਮਾਈ, ਆਪਣੇ ਸੁਖ ਸਿਉ ਹੀ ਜਗ ਫਾਂਦਿਓ, ਉਹ ਕਾਹੂ ਕੋ ਨਾਹੀ ਰਹਾਓ। ਸਾਰੇ ਦਾ ਸਾਰਾ ਜਗਤ ਆਪੋ ਆਪਣੇ ਸੁੱਖਾਂ ਵਾਸਤੇ ਇੱਕ ਦੂਜੇ ਨਾਲ ਜੁੜਿਆ ਹੋਇਆ ਹੈ, ਕੋਈ ਵੀ ਕਿਸੇ ਦਾ ਨਹੀਂ ਹੈ। ਸਾਡਾ ਜਨਮ ਇਕੱਲਿਆਂ ਦਾ ਹੋਇਆ ਸੀ, ਸਾਡੀ ਮੌਤ ਵੀ ਇਕੱਲਿਆਂ ਦੀ ਹੋਣੀ, ਅਸੀਂ ਆਏ ਵੀ ਇਕੱਲੇ ਸੀ, ਜਾਣਾ ਵੀ ਇਕੱਲਿਆਂ ਨੇ। ਇਸ ਵਾਸਤੇ ਤੂੰ ਇਸ ਭਰਮ ਦੇ ਵਿੱਚ ਨਾ ਪੈ, ਇਸ ਭੁਲੇਖੇ ਵਿੱਚ ਨਾ ਪੈ ਕਿ ਇਹਨਾਂ ਦੇ ਕੋਲੋਂ ਮੈਨੂੰ ਸੁੱਖ ਮਿਲੇਗਾ। ਚੇਤਾ ਰੱਖੀ, ਸੁੱਖ ਮੈਂ ਬਹੁ ਸੰਗੀ ਭਏ, ਦੁੱਖ ਮੈਂ ਸੰਗ ਨਾ ਕੋਏ। ਸੁੱਖ ਦੇ ਵਿੱਚ ਬੜੇ ਸਾਥੀ ਬਣਦੇ ਨੇ, ਬੜੇ ਮਿੱਤਰ ਬਣਦੇ ਨੇ, ਬੜਾ ਸਾਥ ਨਿਭਾਉਣ ਦੇ ਵਾਅਦੇ ਕਰਦੇ ਨੇ, ਪਰ ਜਦੋਂ ਮਨੁੱਖ ਦੇ ਉੱਪਰ ਕੋਈ ਦੁੱਖ ਬਣ ਜੇ, ਵਿਪਤਾ ਬਣ ਜੇ, ਉਦੋਂ ਕੋਈ ਵੀ ਨਾਲ ਨਹੀਂ ਨਿਭਦਾ। ਕੇਵਲ ਮੈਂ ਟੁਕ ਮਾਤਰ ਬੇਨਤੀ ਕਰਾਂਗਾ ਗੁਰਮੁਖੋ, ਬੇਸ਼ੱਕ ਸਾਡੀਆਂ ਵੱਡੀਆਂ ਵੱਡੀਆਂ ਸਰਕਾਰਾਂ ਨਾਲ ਵੀ ਸਾਂਝ ਹੋਵੇ, ਦੁੱਖ ਦੇ ਵੇਲੇ ਕੋਈ ਨਹੀਂ ਬੌੜਦਾ। ਜਿਸ ਵੇਲੇ ਇਸ ਦਿੱਲੀ ਦੀ ਧਰਤੀ ਦੇ ਉੱਪਰ ਮਹਾਮਾਰੀ ਫੈਲ ਗਈ, ਚੇਚਕ ਫੈਲ ਗਈ, ਉਸ ਵੇਲੇ ਇਹ ਦਿੱਲੀ ਨਿਵਾਸੀਆਂ ਦੀ ਕੋਈ ਬਾਂਹ ਪਕੜਨ ਵਾਲਾ ਨਹੀਂ ਸੀ ਹੈਗਾ, ਕਿਉਂਕਿ ਔਰੰਗਜ਼ੇਬ ਭਾਵੇਂ ਪਹਿਲਾਂ ਵੀ ਯਤਨ ਕਰ ਰਿਹਾ ਸੀ ਸ੍ਰੀ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਦੇ ਪੁੱਤਰ ਸ੍ਰੀ ਰਾਮ ਰਾਏ ਦੀ ਚੁੱਕਣਾ ਵਿੱਚ ਆਣ ਕੇ ਕਿ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੂੰ ਦਿੱਲੀ ਬੁਲਾਇਆ ਜਾਵੇ। ਔਰ ਮੇਰੇ 8ਵੇਂ ਪਾਤਸ਼ਾਹ ਕਹਿ ਰਹੇ ਸੀ, ਨਹੀਂ ਵੱਡੇ ਗੁਰਾਂ ਦਾ ਹੁਕਮ ਹੈ, ਨਾ ਹੀ ਮਲੇਸ਼ ਕੋ ਦਰਸ਼ਨ ਦਾ ਹੈ। ਹਾਲਾਤ ਐਸੇ ਜਿਹੜੇ ਵਿਗੜ ਚੁੱਕੇ ਸੀ ਕਿ ਔਰੰਗਜ਼ੇਬ ਕਹਿ ਰਿਹਾ ਸੀ, ਠੀਕ ਹੈ ਸਾਨੂੰ ਦਰਸ਼ਨ ਨਹੀਂ ਦੇਣੇ, ਕੋਈ ਗੱਲ ਨਹੀਂ, ਪਰ ਇਸ ਵੇਲੇ ਇਸ ਮੁਸ਼ਕਲ ਦੀ ਘੜੀ ਵਿੱਚ ਕੋਈ ਬਾਂਹ ਫੜ ਸਕਦਾ ਹੈ ਮਾਨਵਤਾ ਦੀ, ਤੇ ਉਹ ਗੁਰੂ ਨਾਨਕ ਦਾ ਘਰ ਹੈ। ਆਲੇ ਦੁਆਲੇ ਤੋਂ ਸਮਝ ਪੈ ਚੁੱਕੀ ਸੀ। ਰਾਜਾ ਮਿਰਜ਼ਾ ਜੈ ਸਿੰਘ ਜਿਨ੍ਹਾਂ ਦਾ ਅਸਥਾਨ ਸੀ, ਜੋ ਸਤਿਗੁਰਾਂ ਨੂੰ ਸਮਰਪਿਤ ਹੋ ਗਿਆ, ਅੱਜ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਸਮੁੱਚੇ ਵਿਸ਼ਵ ਦੇ ਵਿੱਚ ਪ੍ਰਸਿੱਧ ਹੈ, ਔਰ ਇਸ ਅਸਥਾਨ ਤੋਂ ਹਰੇਕ ਦੀਆਂ ਝੋਲੀਆਂ ਵੀ ਭਰ ਰਹੀਆਂ। ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਉਸ ਔਖੀ ਘੜੀ ਦੇ ਅੰਦਰ ਮਾਨਵਤਾ ਦੇ ਭਲੇ ਦਿੱਲੀ ਦੇ ਵਿੱਚ ਪਹੁੰਚਦੇ ਨੇ। ਬਹੁਤ ਸਾਰੀ ਦਵਾਈ ਬੂਟੀ ਆਦਿ ਦਾ ਪ੍ਰਬੰਧ ਕੀਤਾ ਜਾਂਦਾ ਹੈ, ਹਕੀਮਾਂ ਦਾ ਪ੍ਰਬੰਧ ਕੀਤਾ ਜਾਂਦਾ ਹੈ, ਇੱਥੋਂ ਤੱਕ ਸਗੋਂ ਆਪ ਦੁਖੀਆਂ ਦੇ ਦੁੱਖ ਨੂੰ ਵਡਾਉਂਦੇ ਨੇ। ਔਰ ਅੱਜ ਵੀ ਅਸੀਂ ਪੜ੍ਹਦੇ ਹਾਂ, ਸ੍ਰੀ ਹਰਿਕ੍ਰਿਸ਼ਨ ਧਿਆਈਆ ਜਿਸ ਡਿਠੇ ਸਭ ਦੁੱਖ ਜਾਏ, ਅੱਜ ਵੀ ਅਸੀਂ ਪੜ੍ਹਦੇ ਹਾਂ। ਕੇਵਲ ਇੱਕ ਗੁਰੂ ਪਰਮੇਸ਼ਰ ਹੈ ਜਿਹੜਾ ਦੁੱਖ ਦੀ ਘੜੀ ਦੇ ਵਿੱਚ ਸਾਡਾ ਸਹਾਇਕ ਬਣਦਾ ਹੈ, ਉਹ ਸਾਡੇ ਦੁੱਖਾਂ ਨੂੰ ਵੀ ਆਪਣੇ ਤਨ ਤੇ ਲੈ ਲੈਂਦਾ ਹੈ। ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੇ ਬੇਅੰਤ ਉਪਕਾਰ ਕੀਤਾ।
ਜੇ ਅਸੀਂ ਇਸ ਤੋਂ ਪਿਛਲੀ ਗੱਲ ਕਰ ਲਈਏ, ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਅਸੀਂ ਪਾਵਨ ਪ੍ਰਕਾਸ਼ ਦਿਹਾੜਾ ਮਨਾਉਣ ਜਾ ਰਹੇ ਹਾਂ ਬੜੀ ਸ਼ਰਧਾ ਦੇ ਨਾਲ। ਆਪਾਂ ਸਾਰਿਆਂ ਨੇ ਕਈ ਵਾਰ ਪੜ੍ਹਿਆ ਸੁਣਿਆ ਹੋਵੇਗਾ ਕਿ 1658 ਦੇ ਵਿੱਚ ਔਰੰਗਜ਼ੇਬ ਨੇ ਆਪਣੇ ਭਰਾਵਾਂ ਨੂੰ ਮਾਰ ਕੇ ਔਰ ਆਪਣੇ ਬਾਪ ਨੂੰ ਬੰਦੀ ਬਣਾ ਕੇ ਰਾਜ ਤਖਤ ਪ੍ਰਾਪਤ ਕੀਤਾ ਸੀ। ਅੱਤ ਦਾ ਜ਼ੁਲਮ ਕੀਤਾ, ਖਾਸ ਕਰਕੇ ਉਸ ਵੇਲੇ ਹਿੰਦੂ ਤੇ ਬਿਪਰਾਂ ਦੇ ਉੱਪਰ। ਉਹਨਾਂ ਦੇ ਤਿਲਕ ਮਟਾ ਦਿੱਤੇ ਗਏ, ਜ਼ੰਨੂ ਉਤਾਰ ਦਿੱਤੇ ਗਏ, ਵੱਖ-ਵੱਖ ਫੌਜਦਾਰਾਂ ਨੂੰ ਐਲਾਨੀਆਂ ਕਿਹਾ ਹੋਇਆ ਸੀ ਕਿ ਇਹਨਾਂ ਨੂੰ ਦੀਨੋਂ ਬਦੀਨ ਕੀਤਾ ਜਾਵੇ, ਇਸਲਾਮ ਵਿੱਚ ਲਿਆਂਦਾ ਜਾਵੇ, ਕੋਈ ਨਹੀਂ ਆਉਂਦਾ ਉਹਨੂੰ ਮਾਰ ਮੁਕਾਇਆ ਜਾਵੇ। ਹੁਣ ਇਸ ਦੁੱਖ ਦੀ ਘੜੀ ਦੇ ਵਿੱਚ ਵੀ ਭਾਈ ਕਿਰਪਾ ਰਾਮ ਜੀ ਨੇ ਕਿਹਾ ਸੀ, ਜਦੋਂ ਦੁਨੀਆ ਦੇ ਸਾਰੇ ਬੂਹੇ ਬੰਦ ਹੋ ਜਾਣ ਉਦੋਂ ਗੁਰੂ ਨਾਨਕ ਦਾ ਦਰ ਖੁੱਲ੍ਹਾ ਹੁੰਦਾ ਹੈ। ਤੇ ਆਪਣੇ ਨਾਲ ਕੁਝ ਵਿਪਰਾਂ ਦੇ ਵਫਦ ਨੂੰ ਲੈ ਕੇ ਆਨੰਦਪੁਰ ਸਾਹਿਬ ਵਿਖੇ ਪਹੁੰਚ ਜਾਂਦੇ ਨੇ ਔਰ ਰੋ ਰਹੇ ਨੇ, ਵਿਲਕ ਰਹੇ ਨੇ। ਨਹੀਂ ਉਦੋਂ ਕੁਝ ਔੜਦਾ ਸੁਝਦਾ ਜਦੋਂ ਬਿਪਤਾ ਬਣੀ ਹੋਵੇ। ਕੁਸ਼ਲ ਬੁਝੀ ਜਬ ਸਿਰ ਗੁਰਜੀ ਤਬ ਰੋਵਤ ਨੈਣ ਕਹੀ ਕਤ ਸਾਰੀ, ਹੇ ਪ੍ਰਭ ਟੂਟਤ ਬਹੁਤ ਜਨੇਵਨ ਗਊਨ ਘਾਤ ਕਨੋਂ ਦੁਖ ਭਾਰੀ। ਇਸ ਵੇਲੇ ਸਾਡੀ ਕੋਈ ਬਾਂਹ ਪਕੜਨ ਵਾਲਾ ਨਹੀਂ ਹੈ। ਇਸ ਵੇਲੇ ਸਾਡੇ ਵਾਸਤੇ ਤੁਸੀਂ ਹੀ ਸਾਡੇ ਕ੍ਰਿਸ਼ਨ ਮੁਰਾਰੀ ਹੋ, ਕਿਰਪਾ ਕਰੋ, ਸਾਡੀ ਪੈਜ ਰੱਖ ਲਓ, ਸਾਡੇ ਧਰਮ ਨੂੰ ਬਚਾ ਲਓ। ਧੰਨ ਹਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ। ਜਿੰਨੀ ਵਾਰ ਵੀ ਧੰਨ ਕਹਿ ਲਈਏ ਥੋੜਾ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਇਹਨਾਂ ਦੁਖੀਆਂ ਦੇ ਦਰਦ ਨੂੰ ਵੰਡਾਉਂਦਿਆਂ ਹੋਇਆਂ, ਉਹਨਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਦਿਆਂ, ਧਰਵਾਸ ਦਿੰਦਿਆਂ ਕਹਿ ਦਿੱਤਾ ਸੀ ਕਿ ਜਾਓ ਜਾ ਕੇ ਹਕੂਮਤ ਨੂੰ ਕਹਿ ਦਿਓ, ਪ੍ਰਥਮ ਕਰੋ ਗੁਰੂ ਮੁਸਲਮਾਨ, ਮਗਰ ਹੋਏਗੋ ਸਗਲ ਜਹਾਨ। ਇਸ ਦੁੱਖ ਬਿਪਤਾ ਦੀ ਘੜੀ ਦੇ ਵਿੱਚ ਕੋਈ ਨਾਲ ਖੜਦਾ ਹੈ ਤੇ ਗੁਰੂ ਪਰਮੇਸ਼ਰ ਖੜਦਾ ਹੈ। ਤਿਲਕ ਜੰਨੂ ਰਾਖਾ ਪ੍ਰਭ ਤਾਕਾ, ਕੀਨੋ ਵੱਡੋ ਕਲੂ ਮੈਂ ਸਾਕਾ। ਔਰ ਹਿੰਦੂ ਬਿਪਰ ਭਾਈਚਾਰੇ ਦੇ ਧਰਮ ਨੂੰ ਬਚਾ ਲਿਆ, ਉਹਨਾਂ ਦੇ ਧਾਰਮਿਕ ਚਿੰਨ੍ਹਾਂ ਨੂੰ ਬਚਾ ਲਿਆ। ਬੇਸ਼ੱਕ ਆਪਣੇ ਪਿਆਰੇ ਸਿੱਖ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ ਦੇ ਸਹਿਤ ਸ਼ਹਾਦਤ ਦਾ ਜਾਮ ਹੀ ਕਿਉਂ ਨਾ ਪੀਣਾ ਪਿਆ। ਸੋ ਇਸੇ ਤਰ੍ਹਾਂ ਸੁਖ ਦੇ ਵੇਲੇ ਗੁਰੂ ਜਿਹੜਾ ਹੈ ਉਹ ਸਾਡੇ ਕਾਰਜਾਂ ਨੂੰ ਸਵਾਰਦਾ ਹੈ, ਸਾਡੇ ਦੁੱਖਾਂ ਨੂੰ ਕੱਟਦਾ ਹੈ, ਜਾਂ ਗੁਰੂ ਕਾ ਸਿੱਖ। ਮੈਂ ਇਹ ਵੀ ਟੁਕ ਮਾਤਰ ਹੀ ਬੇਨਤੀ ਕਰਾਂ, ਅਸੀਂ ਗੱਲ ਕਰ ਰਹੇ ਸੀ ਗੁਰੂ ਸਾਹਿਬਾਨ ਦੀ, ਸਿੱਖਾਂ ਦੀ ਗੱਲ ਵੀ ਕਰ ਲਈਏ। ਪੀਰ ਬੁੱਢਣ ਸ਼ਾਹ ਦਾ ਇੱਕ ਚੇਲਾ ਹੋਇਆ ਜਿਹਦਾ ਨਾਂ ਸੀ ਸੁੰਦਰ ਸ਼ਾਹ। ਤੇ ਸੁੰਦਰ ਸ਼ਾਹ ਕਹਿੰਦਾ ਹੈ ਬਹਾਦਰ ਬਾਬਾ ਬਿਧੀ ਚੰਦ ਜੀ ਨੂੰ, ਕਿਉਂਕਿ ਉਹਨੇ ਪੀਰ ਬੁੱਢਣ ਸ਼ਾਹ ਦੇ ਪਾਸੋਂ ਗੁਰੂ ਨਾਨਕ ਦੇ ਘਰ ਦੀ ਵਡਿਆਈ ਸੁਣੀ ਸੀ, ਸੋਭਾ ਸੁਣੀ ਸੀ। ਕਹਿੰਦਾ ਮੈਂ ਗੁਰਬਾਣੀ ਦਾ ਇੱਕ ਸ਼ਬਦ ਜਿਹੜਾ ਹੈ ਉਹ ਸੁਣਿਆ ਹੈ, ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚੱਲਣ, ਜਿੱਥਾ ਲੇਖਾ ਮੰਗੀਏ ਤਿੱਥੇ ਖੜਾ ਹੈ ਦਸਨ। ਕੋਈ ਇਹੋ ਜਿਹਾ ਸੱਜਣ ਪੁਰਖ ਹੈ ਜੋ ਹਰ ਵੇਲੇ ਸਾਥ ਦੇ ਸਕਦਾ ਹੋਵੇ? ਕਿਉਂਕਿ ਅਸੀਂ ਬਹੁਤੀ ਵਾਰੀ ਕਹਿੰਦੇ ਹਾਂ ਨਹੀਂ, ਇਹ ਤਾਂ ਕਹਿਣ ਸੁਣਦੀਆਂ ਗੱਲਾਂ ਹੈ ਜੀ, ਰੱਬ ਲੋਕ ਤੋਂ ਲੈ ਕੇ ਪਰਲੋਕ ਤੱਕ ਮਦਦ ਕਰਦਾ ਹੈ ਜੀ, ਗੁਰੂ ਪਰਮੇਸ਼ਰ ਜਿਹੜਾ ਸਾਡੇ ਦੁੱਖਾਂ ਨੂੰ ਦੂਰ ਕਰਦਾ ਜੀ, ਉਹ ਦੁੱਖ ਭੰਜਣ ਹੈ ਜੀ। ਗੁਰਮੁਖੋ ਬਹਾਦਰ ਬਾਬਾ ਬਿਧੀ ਚੰਦ ਨੇ ਕਿਹਾ ਸੀ, ਹਾਂ ਗੁਰਬਾਣੀ ਦੇ ਉੱਪਰ ਸ਼ੱਕ ਨਹੀਂ ਕਰੀਦਾ, ਸੱਚ ਬੋਲਨੇ। ਮੈਂ ਤੇਰੇ ਨਾਲ ਵਾਅਦਾ ਕਰਦਾ, ਮੈਂ ਤੇਰੇ ਨਾਲ ਮਿੱਤਰਤਾ ਨਿਭਾਵਾਂਗਾ ਆਖਰੀ ਸਮੇਂ ਤੱਕ। ਮਿੱਤਰ ਬਣ ਗਏ। ਕਹਿੰਦੇ ਜਦੋਂ ਸੁੰਦਰ ਸ਼ਾਹ ਦੇ ਚਲਾਣੇ ਦਾ ਸਮਾਂ ਆਇਆ ਤੇ ਬਹਾਦਰ ਬਾਬਾ ਬਿਧੀ ਚੰਦ ਨੇ ਵਾਚਦਿਆਂ ਹੋਇਆਂ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਦੇ ਹਜ਼ੂਰ ਅਰਜ਼ ਕੀਤੀ ਸੀ, ਪਾਤਸ਼ਾਹ ਜੀ ਤੁਹਾਡੇ ਸਿੱਖ ਨੇ ਵਾਅਦਾ ਕੀਤਾ ਹੈ ਪੀਰ ਬੁੱਢਣ ਸ਼ਾਹ ਦੇ ਸੇਵਕ ਦੇ ਨਾਲ, ਉਹਨਾਂ ਦੇ ਮਰੀਦ ਦੇ ਨਾਲ, ਸੁੰਦਰ ਸ਼ਾਹ ਦੇ ਨਾਲ, ਕਿ ਅਖੀਰਲੇ ਸਮੇਂ ਤੱਕ ਵੀ ਅਸੀਂ ਤੇਰਾ ਸਾਥ ਨਿਭਾਵਾਂਗੇ। ਐਸੇ ਬੋਲ ਸੁਣ ਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਬੜੇ ਪਿਆਰ ਬਰਾਗ ਵਿੱਚ ਆਏ। ਅੱਜ ਉਸ ਨੂੰ ਆਪਣੇ ਹੱਥੀਂ ਤੋਰ ਰਹੇ ਨੇ, ਜਿਹਨੂੰ ਕਹਿੰਦੇ ਸੀ ਬਿਧੀ ਚੰਦ ਸ਼ੀਨਾ ਗੁਰੂ ਕਾ ਸੀਨਾ। ਹਾਂ ਸਿੱਖਾ, ਤੂੰ ਬਚਨ ਕੀਤਾ ਪੂਰਾ ਕਰ, ਆਜ਼ਾਦ ਰਹੇ। ਜਦੋਂ ਵੀ ਤੁਸੀਂ ਸਿੱਖ ਇਤਿਹਾਸ ਨੂੰ ਪੜ੍ਹਦੇ ਹੋ ਸਮਝ ਵਿੱਚ ਪਵੇਗਾ, ਬਹਾਦਰ ਬਾਬਾ ਬਿਧੀ ਚੰਦ ਜੀ ਸੁੰਦਰ ਸ਼ਾਹ ਦੇ ਕੋਲ ਜਾਂਦੇ ਨੇ, ਸੁੰਦਰ ਸ਼ਾਹ ਦੀ ਸਮਾਧੀ ਲੱਗੀ ਹੋਈ ਹੈ, ਸਾਹਮਣੇ ਬੈਠਦੇ ਨੇ ਔਰ ਅੱਖਾਂ ਉਗੜਦੀਆਂ ਨੇ। ਕਹਿੰਦੇ ਸੁੰਦਰ ਸ਼ਾਹ ਸਮਾਂ ਹੋ ਗਿਆ, ਚੱਲ ਭਾਈ ਆਪਣਾ ਵਿਛਾਉਣਾ ਵਿਛਾ। ਇੱਕੇ ਸਮੇਂ ਜਿਹੜਾ ਸੀ ਸੁੰਦਰ ਸ਼ਾਹ ਔਰ ਬਹਾਦਰ ਬਾਬਾ ਬਿਧੀ ਚੰਦ ਨੇ ਇਹ ਪੰਜ ਭੌਤਿਕ ਸਰੀਰ ਨੂੰ ਛੱਡਿਆ ਸੀ। ਗੁਰੂ ਔਰ ਗੁਰੂ ਕੇ ਸਿੱਖ ਜੋ ਗੁਰਬਾਣੀ ਦੇ ਅੰਦਰ ਰੱਤੇ ਹੋਏ ਨੇ, ਜਿਨ੍ਹਾਂ ਨੇ ਜੀਵਨ ਨੂੰ ਕਮਾਇਆ ਹੋਇਆ ਹੈ, ਭਾਈ ਉਹ ਆਖਰੀ ਸਵਾਸਾਂ ਤੱਕ ਸਾਥ ਦੇ ਜਾਂਦੇ ਨੇ, ਸਾਡੀ ਜ਼ਿੰਦਗੀ ਨੂੰ ਸੁਖਦਾਇਕ ਬਣਾ ਜਾਂਦੇ ਨੇ। ਨਹੀਂ ਤੇ ਬਹੁਤਾਤ ਦੇ ਵਿੱਚ ਐਸੇ ਹੀ ਹੁੰਦੇ ਨੇ ਜਿਹੜੇ ਸੁੱਖ ਦੇ ਨਾਲ ਹੀ ਸਿਰਫ ਜੁੜੇ ਹੁੰਦੇ ਨੇ।
सुख में आन बहुत मिल बैठत रहत चाहूं दिस घेरे विपत परी सब ही संग छाड़त को न आवत नेरे। जदों कोई मुश्किल मुसीबत बन जाए उदों वो भी साडे नेड़े भज जाते हैं। सुखां दे वेले दुनिया जिहड़ी है वो नेड़े हो के बैठती है। सुख में बहुत संगी भय दुख में संग ना कोई, दुख दे विच कोई साथ नहीं दिंदा उदों अपने भी बगाने बन जाते हैं। उदों कहते हाँ असीं तेरा कोई हैल्प तो कर सकते पर जिहड़ा तैनूं दुख है जिहड़ा पीड़ है उन्होंने असीं नहीं वंडा सकते। तेरे मन के अंदर विछोड़े का दर्द है, तू तड़फ रहा है, असीं तेरी दवाई बूटी का प्रबंध कर सकते हैं, तेरे तन का इलाज कर सकते हैं, करवा सकते हैं, पर दुख तो हुण तैनूं ही झलना पैना है। और नाल ही सतगुरु कृपा करते ने कहो नानक हर भजमना अंत सहाई होए। हाले भी मेरे मना उस वाहिगुरु अकाल पुरख के नाम नूं जप लै, उसकी भजन बंदगी विच लग जा, अखीरले समय तेन उन्हें ही सुख देना ही, तेरा साथी बनना ही, तेरा मददगार बनना ही। जिन्होंने इस गल का भरोसा हो जाता है, वेखो वो अलाणियां कह देंगे ने कि इत्थे उत्थे रखवाला मेरा सतगुर दीन दयाला। जहाँ असीं पढ़ते हाँ सो सतगुर प्यारा मेरे नाल है, जिथे किथे मैनों लै छड्डाई। अज भी सानू जरूरत है असी दीन दुनी के पातशाह साहब श्री गुरु ग्रंथ साहब महाराज जी के लड़ लगी और जो सानू बड़े प्यार दे नाल बड़े सरल ते बड़े सुखैन शब्दां राहीं समझाउंदे ने। धन गुरु ग्रंथ साहब महाराज ना साडे तो नोट मंगते ने ना साडे तो वोट ही मंगते ने, सगों अपने अमोलक बचन साडी झोली विच पाउंदे ने, क्योंकि गुरदेव माता गुरदेव पिता गुरदेव स्वामी परमेश्वरा, गुरु साडा परमेश्वर है, माँ बाप है, वो साडा भला लोचदा है। इस वास्ते जदों भी असीं उहदी शरण विच आउणे, जो शरण आवे तिस कंठ लावे बिरध स्वामी संता, फिर वो सानू सच दा उपदेश दृढ़ करवाउंदा है, सानू मत दिंदा है। गुरु द्वारे होए सोझी पाए सी, असी गुरु घर आने गुरु की मत नूं लैने और वो मत लैने जिहदे नाल साडा दीन दुनी जिहड़ा है वो सुहेला हो जावे, असी सुख मान सकीए। नहीं तो फिर इस तरह होगा कबीर दीन गवाया दुनी सियों दुनी ना चाली साथ, पाए कुहाड़ा मारिया गाफल अपने हाथ। इहो जिहा सतगुरु नहीं जे लभना। जुगो जुग अटल धन श्री गुरु ग्रंथ साहब महाराज इस दे लड़ लगी है। और जो पिछले दिन असी खालसा पंथ का साजना दिवस मनाया है, अज भी सानू जरूरत है, क्योंकि इस मुकद्दस अस्थान तो भी अमृत संचार होंदा है। जिस भी माई भाई ने अजे अमृत पान नहीं किया, भाई वो गुरु नूं हाजर नाजर जान के और दात मंग के अमृत की दात लिया करो। अमृत कित्यों बाहरों नहीं जे लभना, जिन्ना मर्जी तुसी भावें चरण गंगा के पानी दियां डिग्गियां भर भर के ले जाओ, भावें किसी बाबे तो पानी के उपर फूका मरा लो, परंतु अमृत इको ही है। नानक अमृत एक है दूजा अमृत नाही। ते अमृत है किहड़ा है? अमृत बाणी हर हर तेरी, सुन सुन होवे परमगत मेरी। जो कलगीधर पातशाह दे नवाजे हुए पंज प्यारियां दा सिद्धांत है, संकल्प है, जो गुरु के पंज प्यारे पंज बाणियां दा पाठ करके श्री गुरु ग्रंथ साहब की हजूरी दे विच सानू खंडे की पौड़ देंदे ने, अमृत की दात देंदे ने। अज सानू उस अमृत नाल जुड़न की जरूरत है, उस अमृत नाल जुड़न की जरूरत है। और असी बाणी ते बाणी दे धारनी होइए और साडी जिंदगी सारियां दी सुख भरी होवे। अखीर दे विच धन्नवाद है धन श्री गुरु ग्रंथ साहब महाराज जी का, जिन्हां ने बड़ी कृपा की। आपां सारियां नूं संगत रूप विच जुड़ मिल बैठा के गुरु के शब्दों की सांझ करने का अवसर दे के नवाजिया है। धन्यवाद है दिल्ली सिख गुरुद्वारा प्रबंधक कमेटी का, जो इन्ना मान इन्ना सत्कार दिंदियां होया आप जी दे नाल गुरु दीयां गल्लां करन दा अवसर दे के नवाजदी है। और सारियां संगतां दा जीओ आया धन्यवाद। और गुरु चरणों के सारी संगत लई मुड़ तो अरदास, वाहिगुरू कृपा करे सानू सारियां नूं अपने चरणों की प्रीति बख्शे। अपनी भै भावनी विच रखदियां होयां हर घर दे विच बाणी ते बाणा आ जावे। सो होइयां बेअंत भुल्लां दी खिमा। वाहिगुरू जी का खालसा, वाहिगुरू जी की फतेह।